क्योंकि वो अकाल पुरख परमात्मा बेअंत है, अणगिणत है, विशाल है। उस दे गुणां दा हद बन्ना लभना मनुखां दे वस दी गल नहीं। ये सारी सृष्टि उस प्रभु दे कई किस्मां दे कई तरीकिਆਂ नाल उसने तैयार कीती है ते सारी सृष्टि दे लोग उस दे गुण गायन करदे हन। अष्टपदी कई कोट होए पुजारी, कई कोट आचार व्यवहारी। प्रभु की इस रची हुई दुनिया विच कई करोड़ां प्राणी पुजारी हन, जिहड़े उस अकाल पुरख परमात्मा दी उस्तत करदे ने, पूजा करदे ने, उस दे नाम जपना करदे हन ते कई करोड़ां धार्मिक रस्मां नाल उस अकाल पुरख परमात्मा नूं रिझाउण दा यतन करदे हन। कई कोट भय तीरथ वासी, कई कोट बन ब्रह्म उदासी। कई करोड़ां बंदे तीर्थां ते वसनीक हन। बहुत सारे तीर्थां दे उत्ते धार्मिक लोक रहिंदे ने। सतगुरु कहंदे ने ते कई करोड़ां जगत वल्लों उपराम हो के जंगलां विच फिरी जांदे हन। कई कोट वेद के स्रोते, कई कोट तपीसर होते। उस अकाल पुरख परमात्मा दे दर ते कई करोड़ां जीव वेदां नूं सुणन वाले हन ਅਤੇ कई करोड़ां ਵੱਡੇ ਵੱਡੇ ਤਪੀ ਬਣੇ ਹੋਏ ਹਨ। कई कोट आत्म ध्यान धारै, कई कोट कब काब विचार हैं। कई करोड़ां मनुख ਆਪਣੇ ਅੰਦਰੋਂ ਸੁਰਤ ਜੋੜ ਕੇ ਉਸ ਅਕਾਲ ਪੁਰਖ ਪਰਮਾਤਮਾ ਨਾਲ ਆਪਣਾ ਧਿਆਨ ਧਰਦੇ ਹਨ ਅਤੇ ਕਰੋੜਾਂ ਮਨੁੱਖ ਕਵੀਆਂ ਦੀਆਂ ਰਚੀਆਂ ਹੋਈਆਂ ਕਵਿਤਾ ਦੀ ਵਿਚਾਰ ਕਰਦੇ ਹਨ। ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨਾ ਪਾਵੈ। ਕਈ ਕਰੋੜਾਂ ਬੰਦੇ ਪ੍ਰਭੂ ਦਾ ਨਿਤ ਨਵਾਂ ਨਾਮ ਸਿਮਰਦੇ ਹਨ। ਤੇਰੇ ਨਾਮ ਅਨੇਕਾ, ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ। हे ਪ੍ਰਮਾਤਮਾ, ਤੇਰੇ ਨਾਮਾਂ ਦਾ, ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਹੈ। ਫਿਰ ਵੀ ਕਰੋੜਾਂ ਹੀ ਬੰਦੇ ਨਿਤ ਨਵੇਂ ਨਵੇਂ ਨਾਮ ਨਾਲ ਪੁਕਾਰਦੇ ਨੇ। ਉਸ ਕਰਤਾਰ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ। ਪਰ हे ਨਾਨਕ, ਪੰਜਵੇਂ ਨਾਨਕ ਸਤਿਗੁਰੂ ਕਿਰਪਾ ਕਰਦੇ ਨੇ, ਉਸ ਕਰਤਾਰ ਦਾ ਕੋਈ ਵੀ ਅੰਤ ਨਹੀਂ ਪਾ ਸਕਿਆ। ਹੁਣ ਕਈ ਕਰੋੜਾਂ ਮਨੁੱਖ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨਾਲ ਜੁੜਦੇ ਨੇ, ਉਸ ਨੂੰ ਸਿਮਰਦੇ ਨੇ, ਵੇਦਾਂ ਦਾ ਅਧਿਐਨ ਕਰਦੇ ਨੇ, ਕਵੀਆਂ ਦੀਆਂ ਰਚੀਆਂ ਹੋਈਆਂ ਕਵਿਤਾਵਾਂ ਪੜ੍ਹਦੇ ਨੇ। ਉਸ ਅਕਾਲ ਪੁਰਖ ਪਰਮਾਤਮਾ ਦੇ ਦਰ ਘਰ ਤੱਕ ਪਹੁੰਚਣ ਵਾਸਤੇ ਅਨੇਕਾਂ ਤਰ੍ਹਾਂ ਦੇ ਯਤਨ ਕਰਦੇ ਨੇ। ਤੇ ਸਤਿਗੁਰੂ ਕਹਿੰਦੇ ਨੇ ਉਸ ਅਕਾਲ ਪੁਰਖ ਪਰਮਾਤਮਾ ਕਰਤਾਰ ਤੱਕ ਕੋਈ ਵੀ ਨਹੀਂ ਪਹੁੰਚ ਸਕਿਆ। ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ। ਕਰੋੜਾਂ ਮਨੁੱਖ ਸੋਮ ਦੇ ਪੱਥਰ ਦਿਲ ਹਨ। ਕਰੋੜਾਂ ਮਨੁੱਖ ਵਿਸ਼ਾਲ ਦਿਲ ਵਾਲੇ ਹਨ। ਸਤਿਗੁਰੂ ਆਂਦੇ ਨੇ ਕਈ ਕਰੋੜ ਅੰਦਰੋਂ ਮਹਾਂ ਕੋਰੇ ਹਨ। ਕਿਸੇ ਦਾ ਦੁੱਖ ਤੱਕ ਕੇ ਵੀ ਉਹ ਪਸੀਜਦੇ ਨਹੀਂ। ਕਈ ਐਸੇ ਮਨੁੱਖ ਵੀ ਇਸ ਦੁਨੀਆ ਤੇ ਵੱਸਦੇ ਨੇ, ਕਿਸੇ ਦਾ ਕੋਈ ਵੀ ਦੁੱਖ ਵੇਖ ਕੇ ਉਹਨਾਂ ਦਾ ਦਿਲ ਅੰਦਰੋਂ ਪਿਘਲਦਾ ਨਹੀਂ, ਕਿਉਂਕਿ ਉਹਨਾਂ ਦਾ ਦਿਲ ਪੱਥਰ ਵਾਂਗੂ ਕਠੋਰ ਹੈ।
ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁਖ ਨਾ ਕਰੈ। ਕਰੋੜਾਂ ਬੰਦੇ ਦੂਜਿਆਂ ਦਾ ਧਨ ਚੁਰਾਉਣ ਵਾਸਤੇ ਲੱਗੇ ਰਹਿੰਦੇ ਨੇ, ਪਰ ਦਰਬ ਕੋ ਹਿਰੈ, ਪਰਾਏ ਧਨ ਵਾਸਤੇ ਐਸੇ ਐਸੇ ਯਤਨ ਕਰਦੇ ਨੇ ਕਿ ਸਾਰਾ ਧਨ ਪਰਾਇਆ ਮੇਰੇ ਕੋਲ ਆ ਜਾਵੇ। ਅਤੇ ਸਤਿਗੁਰੂ ਕਹਿੰਦੇ ਨੇ ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਨ ਵਿੱਚ ਲੱਗੇ ਹੋਏ ਨੇ, ਜਿਨ੍ਹਾਂ ਨੂੰ ਹੋਰ ਕੋਈ ਕੰਮ ਨਹੀਂ, ਉਹਨਾਂ ਨੂੰ ਸਾਰਾ ਦਿਨ ਨਿੰਦਿਆ ਹੀ ਨਿੰਦਿਆ ਕਰਨੀ ਹੈ। ਭਾਵੇਂ ਉਹ ਕਿਸੇ ਮਨੁੱਖ ਤੋਂ ਉਹਨਾਂ ਦਾ ਕੁਝ ਲੈਣਾ ਦੇਣਾ ਹੋਵੇ ਨਾ ਹੋਵੇ, ਉਹਨਾਂ ਨੂੰ ਥੋੜਾ ਜਿਹਾ ਕੋਈ ਉਹਦਾ ਮਿਲ ਜਾਵੇ ਕਲੂ, ਉਹ ਉਸੇ ਵੇਲੇ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਨੇ। ਉਹਨਾਂ ਨੂੰ ਕੰਮ ਹੀ ਇਹ ਹੈ। ਸਤਿਗੁਰੂ ਕਹਿੰਦੇ ਨੇ ਕਰੋੜਾਂ ਐਸੇ ਮਨੁੱਖ ਹਨ ਜਿਹੜੇ ਸਾਰਾ ਦਿਨ ਨਿੰਦਿਆ ਹੀ ਕਰਦੇ ਹਨ। ਕਈ ਕੋਟ ਮਾਇਆ ਸ਼ਰਮ ਮਾਹੀ, ਕਈ ਕੋਟ ਪਰਦੇਸ ਭਰਮਾਹੀ। ਕਰੋੜਾਂ ਮਨੁੱਖ ਧਨ ਪਦਾਰਥ ਦੀ ਖਾਤਰ ਮਿਹਨਤ ਵਿੱਚ ਜੁਟੇ ਹਨ, ਕਿਉਂਕਿ ਮਿਹਨਤ ਕਰਨਾ ਸਾਨੂੰ ਸਤਿਗੁਰਾਂ ਨੇ ਸਿਧਾਂਤ ਦਿੱਤਾ ਹੈ। ਕਿਰਤ ਕਰਨੀ ਹੈ, ਨਾਮ ਜਪਣਾ ਤੇ ਵੰਡ ਕੇ ਛਕਣਾ। ਸਤਿਗੁਰੂ ਕਹਿੰਦੇ ਨੇ ਐਸੇ ਗੁਰਮੁਖ ਲੋਕ ਜਿਹੜੇ ਸਦਾ ਮਿਹਨਤ ਵਿੱਚ ਜੁਟੇ ਰਹਿੰਦੇ ਨੇ, ਜਿਸ ਜਿਸ ਆਸਰੇ ਨਾਲ ਉਹ ਲਾਉਂਦਾ ਹੈ ਪ੍ਰਮਾਤਮਾ, ਉਹ ਉਸੇ ਆਹਾਰ ਦੇ ਨਾਲ ਜੀਵ ਸਦਾ ਵਾਸਤੇ ਲੱਗੇ ਰਹਿੰਦੇ ਹਨ। ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੀ ਕੀ ਜਾਣੈ ਕਰਤਾ ਰਚਨਾ। ਜਿੱਥੇ ਜਿੱਥੇ ਵੀ ਉਸ ਪ੍ਰਮਾਤਮਾ ਨੇ ਲਾ ਕਰਕੇ ਰੱਖਿਆ ਹੈ, ਉਹਨਾਂ ਦੇ ਅੰਦਰ ਇਤਨਾ ਸਬਰ ਭਰਿਆ ਹੋਇਆ ਹੈ ਕਿ ਉਹ ਅਕਾਲ ਪੁਰਖ ਪ੍ਰਮਾਤਮਾ ਦੇ ਭਾਣੇ ਨੂੰ ਮੰਨ ਕਰਕੇ ਜਿੱਥੇ ਵੀ ਉਹਨਾਂ ਨੂੰ ਉਹ ਰੱਖਦਾ ਹੈ ਉੱਥੇ ਰਹਿਣ ਦਾ ਯਤਨ ਕਰਦੇ ਨੇ। ਕਰਤਾਰ ਦੀ ਰਚਨਾ ਦਾ ਭੇਦ ਕਰਤਾਰ ਵੀ ਜਾਣਦਾ ਹੈ, ਉਸ ਤੋਂ ਬਿਨਾਂ ਕੋਈ ਵੀ ਉਸ ਦੀ ਰਚਨਾ ਦਾ ਭੇਦ ਨਹੀਂ ਜਾਣ ਸਕਦਾ। ਇਹ ਉਹਨਾਂ ਨੂੰ ਸੋਝੀ ਆ ਗਈ ਹੈ ਜਿਹੜੇ ਕਿਰਤ ਕਰਦੇ ਨੇ, ਨਾਮ ਜਪਦੇ ਨੇ, ਵੰਡ ਕੇ ਛਕਦੇ ਨੇ। ਉਹਨਾਂ ਨੂੰ ਐਸੀ ਸੋਝੀ ਆ ਗਈ ਹੈ ਕਿ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਰਚੀ ਹੋਈ ਰਚਨਾ ਦਾ ਕੇਵਲ ਪ੍ਰਮਾਤਮਾ ਹੀ ਭੇਦ ਜਾਣਦਾ ਹੈ। ਕਈ ਕੋਟ ਸਿਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਇਸ ਸ੍ਰਿਸ਼ਟੀ ਦੀ ਰਚਨਾ ਵਿੱਚ ਕਰੋੜਾਂ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋਏ ਪੁੱਗੇ ਹੋਏ ਹਨ ਤੇ ਕਾਮ ਨੂੰ ਵਸ ਵਿੱਚ ਰੱਖਣ ਵਾਸਤੇ ਜੋਗੀ ਬਣੇ ਹੋਏ ਹਨ। ਹੁਣ ਕਰੋੜਾਂ ਹੀ ਜੋਗੀ ਹਨ ਤੇ ਕਰੋੜਾਂ ਹੀ ਉਸ ਦੇ ਦਰ ਤੇ ਪ੍ਰਵਾਨ ਹਨ। ਜੋਗੀ ਤੇ ਆਪ ਹੀ ਘਰਾਂ ਵਿੱਚ ਵੀ ਦੇਖਦੇ ਹੋ ਕਿ ਗਲੀਆਂ ਵਿੱਚ ਘੁੰਮਦੇ ਨੇ। ਐਸੇ ਜੋਗੀਆਂ ਦੀ ਗੱਲ ਨਹੀਂ ਸਤਿਗੁਰੂ ਕਰਦੇ। ਸਤਿਗੁਰੂ ਉਹਨਾਂ ਜੋਗੀਆਂ ਦੀ ਗੱਲ ਕਰਦੇ ਨੇ ਜਿਹੜੇ ਜੋਗ ਹੋ ਜਾਂਦੇ ਨੇ, ਜਿਹੜੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਸਤਿਗੁਰੂ ਕਹਿੰਦੇ ਨੇ ਉਹ ਜੋਗੀ ਵੀ ਹਨ, ਜੋਗ ਵੀ ਧਾਰਨ ਕੀਤਾ ਹੋਇਆ ਉਹਨਾਂ ਨੇ, ਕਿਉਂਕਿ ਜੋਗ ਨਾ ਗੱਲੀ। ਇਹ ਜੋਗ ਜਿਹੜਾ ਗੱਲਾਂ ਨਾਲ ਨਹੀਂ ਮਿਲਦਾ, ਇਸ ਦੇ ਵਾਸਤੇ ਆਪਣਾ ਆਪਾ ਤਿਆਗਣਾ ਪੈਂਦਾ ਹੈ ਤਾਂ ਜੋਗ ਪ੍ਰਵਾਨ ਹੁੰਦਾ ਹੈ। ਅਤੇ ਕਰੋੜਾਂ ਲੋਕ ਸਤਿਗੁਰੂ ਕਹਿੰਦੇ ਜੋਗੀ ਬਣ ਕੇ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਲੱਭਣ ਵਿੱਚ ਲੱਗੇ ਹੋਏ ਹਨ ਤੇ ਕਰੋੜਾਂ ਹੀ ਮੌਜਾਂ ਮਾਣ ਰਹੇ ਹਨ। ਕਈ ਕੋਟ ਪੰਖੀ ਸਰਫ ਭਾਏ, ਕਈ ਕੋਟ ਪਾਥਰ ਬਿਰਖ ਨਿਪਜਾਏ। ਕਰੋੜਾਂ ਪੰਛੀ ਤੇ ਸੱਪ ਪ੍ਰਭੂ ਨੇ ਪੈਦਾ ਕੀਤੇ ਹੋਏ ਹਨ, ਕਿਉਂਕਿ ਇਸ ਸੰਸਾਰ ਦੇ ਉੱਤੇ ਕਈ ਜੂਨਾਂ ਨੇ, ਕਈ ਤਰ੍ਹਾਂ ਦੇ ਸਤਿਗੁਰੂ ਨੇ ਪੰਛੀ, ਕਈ ਤਰ੍ਹਾਂ ਦੇ ਸਤਿਗੁਰੂ ਨੇ ਸੱਪ ਤਿਆਰ ਕੀਤੇ ਹੋਏ ਹਨ। ਕੂਕਰੈ, ਸੂਕਰੈ, ਗਰਤ ਪੈ, ਕਾਕੈ, ਸਰਪਨੈ, ਤੁਲ ਖਲੈ,
ਇਸ ਤਰ੍ਹਾਂ ਦੀਆਂ ਕਈ ਜੂਨਾਂ ਨੇ। ਸਤਿਗੁਰੂ ਕਹਿੰਦੇ ਨੇ ਉਹਨਾਂ ਨੇ ਐਸੀਆਂ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਕਈ ਜੂਨਾਂ ਤਿਆਰ ਕੀਤੀਆਂ ਹਨ ਅਤੇ ਕਰੋੜਾਂ ਹੀ ਪੱਥਰ ਤੇ ਰੁੱਖ ਉਸਨੇ ਉਗਾਏ ਹੋਏ ਹਨ। ਕਈ ਕੋਟ ਪੌਣ ਪਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ। ਕਰੋੜਾਂ ਹਵਾ, ਪਾਣੀ ਤੇ ਅੱਗਾਂ ਹਨ। ਅੱਗ ਕਈ ਕਿਸਮ ਦੀ ਹੈ, ਕਈਆਂ ਚੀਜ਼ਾਂ ਵਿੱਚੋਂ ਪ੍ਰਗਟ ਕੀਤੀ ਜਾ ਸਕਦੀ ਹੈ। ਤੇ ਸਤਿਗੁਰੂ ਕਹਿੰਦੇ ਨੇ ਕਈ ਕਰੋੜਾਂ ਚੰਦਰਮਾ ਅਤੇ ਸੂਰਜ ਹਨ, ਕਰੋੜਾਂ ਦੇਸ਼ ਤੇ ਧਰਤੀਆਂ ਦੇ ਚੱਕਰ ਹਨ। ਕਈ ਕੋਟ ਸਸਿਆਰ ਸੂਰ ਨਖਿਆਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਾਤਰ। ਕਈ ਕਰੋੜਾਂ ਚੰਦਰਮਾ ਸੂਰਜ ਤੇ ਤਾਰੇ ਨੇ। ਨਖਿਆਤਰ ਇਹ ਸ਼ਬਦ ਆਪਾਂ ਪੜ੍ਹਦੇ ਹਾਂ ਸੁਖਮਨੀ ਸਾਹਿਬ, ਜਿਹੜੇ ਰੋਜ਼ ਪੜ੍ਹਨ ਵਾਲੇ ਨੇ, ਜਿਹੜੇ ਧਿਆਨ ਨਾਲ ਦੇਖ ਕੇ ਪੜ੍ਹਦੇ ਨੇ ਉਹਨਾਂ ਨੂੰ ਤੇ ਪਤਾ ਹੈ ਕਿ ਨਖਿਆਤਰ ਪੜ੍ਹਨਾ ਹੈ। ਆਮ ਲੋਕਾਂ ਕੋਲੋਂ ਸੁਣਨ ਨੂੰ ਮਿਲਦਾ ਹੈ ਨਖੱਤਰ। ਨਖੱਤਰ ਇੱਕ ਪਿੰਡਾਂ ਦੇ ਵਿੱਚ ਮਾਈਆਂ ਬੱਚਿਆਂ ਨੂੰ ਝਿੜਕਦੀਆਂ ਸਨ ਤੇ ਨਖੱਤਰਾ ਕਿਆ ਕਰਦੀਆਂ ਸਨ, ਹੌਂਤਰਾ ਇਹ ਨਖੱਤਰਾ ਹੈ। ਇਹ ਸ਼ਬਦ ਜਿਹੜਾ ਹੈ ਬੜੇ ਧਿਆਨ ਨਾਲ ਪੜ੍ਹਨ ਵਾਲਾ। ਨਖਿਆਤਰ, ਨਖਿਆਤਰ ਤੋਂ ਭਾਵ ਸੂਰਜ ਤੇ ਤਾਰੇ ਨੇ। ਕਈ ਕੁਛ ਹੈ ਇਸ ਸੰਸਾਰ ਦੇ ਉੱਤੇ, ਕਰੋੜਾਂ ਦੇਵਤੇ ਤੇ ਇੰਦਰ ਹਨ ਜਿਨ੍ਹਾਂ ਦੇ ਸਿਰ ਉੱਤੇ ਸਤਿਗੁਰੂ ਕਹਿੰਦੇ ਛਤਰ ਝੁੱਲ ਰਹੇ ਹਨ। ਸਗਲ ਸਮਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਇਹਨਾਂ ਸਾਰੇ ਜੀਆਂ ਜਨਤਾਂ ਤੇ ਪਦਾਰਥਾਂ ਨੂੰ ਪ੍ਰਭੂ ਨੇ ਆਪਣੇ ਹੁਕਮ ਦੇ ਅੰਦਰ ਧਾਗੇ ਵਿੱਚ ਪਰੋਇਆ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਕਮ ਦੇ ਵਿੱਚ ਹੀ ਸਾਰਾ ਕੁਝ ਚੱਲਦਾ ਹੈ। ਪੌਣ ਪਾਣੀ ਧਰਤੀ ਆਕਾਸ਼ ਸਾਰਾ ਕੁਝ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਵਿੱਚ ਹੈ। ਜੋ ਜੋ ਉਸ ਨੂੰ ਭਾਉਂਦਾ ਹੈ ਉਸ ਨੂੰ ਪ੍ਰਭੂ ਤਾਰ ਲੈਂਦਾ ਹੈ। ਜੋ ਜੋ ਉਸ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਨ ਸਿਮਰਤ ਅਰ ਸਾਸਤ। ਕਰੋੜਾਂ ਜੀਵ ਮਾਇਆ ਦੇ ਤਿੰਨ ਗੁਣਾਂ ਵਿੱਚ ਬੱਝੇ ਹੋਏ ਹਨ। ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ ਵਿੱਚ ਬੱਝੇ ਹੋਏ ਨੇ। ਕਰੋੜਾਂ ਬੰਦੇ ਵੇਦ ਪੁਰਾਣ ਸਿਮਰਤੀਆਂ ਤੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਹਨ। ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ। ਸਤਿਗੁਰੂ ਵੇਖੋ ਕੈਸਾ ਅਕਾਲ ਪੁਰਖ ਪ੍ਰਮਾਤਮਾ ਬੇਅੰਤ ਹੈ। ਉਸਨੇ ਸਮੁੰਦਰ ਦੇ ਵਿੱਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ ਅਤੇ ਕਈਆਂ ਕਿਸਮਾਂ ਦੇ ਜੀ ਜੰਤ ਬਣਾ ਦਿੱਤੇ ਹਨ। ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗ੍ਰੀ ਮੇਰ ਸੁਵਰਨ ਥੀਵੇ। ਕਰੋੜਾਂ ਹੀ ਲੋਕ ਉਸਨੇ ਲੰਮੀ ਉਮਰ ਵਾਲੇ ਐਸੇ ਜੀਵ ਪੈਦਾ ਕੀਤੇ ਹਨ ਜਿਨ੍ਹਾਂ ਦੀ ਬਹੁਤ ਲੰਬੀ ਲੰਬੀ ਉਮਰ ਹੁੰਦੀ ਹੈ। ਕਰੋੜਾਂ ਹੀ ਸਤਿਗੁਰੂ ਕਹਿੰਦੇ ਸੋਨੇ ਤੇ ਸੁਮੇਰ ਵਰਗੇ ਪਰਬਤ ਬਣਾ ਕੇ ਰੱਖ ਦਿੱਤੇ ਹਨ। ਕਈ ਕੋਟ ਜਖ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਕਰੋੜਾਂ ਹੀ ਜਗ ਕਿਨਰ ਤੇ ਪਿਸਾਚ ਵਰਗੇ ਹਨ। ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ।
ਕਰੋੜਾਂ ਤਰ੍ਹਾਂ ਦੀਆਂ ਇਸ ਸੰਸਾਰ ਤੇ ਜੂਨੀਆਂ ਮਨੁੱਖ ਨੂੰ ਡਰਾਉਣ ਵਾਲੀਆਂ ਬਣੀਆਂ ਹੋਈਆਂ ਹਨ। ਕਰੋੜਾਂ ਤਰ੍ਹਾਂ ਦੀਆਂ ਵਹਿਮ ਮਨੁੱਖ ਨੇ ਪਾਲੇ ਹੋਏ ਹਨ। ਸਤਿਗੁਰੂ ਕਹਿੰਦੇ ਇਹ ਨਹੀਂ ਕਿ ਇਸ ਸੰਸਾਰ ਤੇ ਭੂਤ ਪ੍ਰੇਤ ਪਿਸ਼ਾਚ ਨਹੀਂ, ਸਭ ਕੁਝ ਹੈ, ਪਰ ਮਨੁੱਖ ਨੂੰ ਸੋਝੀ ਦਿੱਤੀ ਹੈ ਕਿ ਭਾਈ ਤੂੰ ਆਪਣਾ ਜੀਵਨ ਸਵਾਰਨ ਵਾਸਤੇ ਨਾਮ ਜਪਣਾ ਹੈ। ਇਹਨਾਂ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ ਕਿ ਤੂੰ ਭੂਤਾਂ ਪ੍ਰੇਤਾਂ ਦੇ ਚੱਕਰਾਂ ਵਿੱਚ ਪਿਆ ਰਹੇ। ਇੱਥੇ ਕਈ ਤਰ੍ਹਾਂ ਦੇ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ। ਸਭ ਤੇ ਨੇੜੈ ਸਭੂ ਤੇ ਦੂਰ, ਨਾਨਕ ਆਪ ਅਲਿਪਤ ਰਹਾ ਭਰਪੂਰ। ਸਤਿਗੁਰੂ ਕਹਿੰਦੇ ਨੇ ਭੂਤਾਂ ਪ੍ਰੇਤਾਂ ਅਤੇ ਸ਼ੇਰਾਂ ਤੋਂ ਡਰਨ ਦੀ ਲੋੜ ਨਹੀਂ। ਇਹਨਾਂ ਸਭਨਾਂ ਦੇ ਨੇੜੇ ਵੀ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਆਪਣੇ ਆਪ ਨੂੰ ਰੱਖਿਆ ਹੋਇਆ। ਉਹ ਤੇਰੀ ਰੱਖਿਆ ਕਰਨ ਵਾਸਤੇ ਇਹਨਾਂ ਨਾਲੋਂ ਨੇੜੇ ਹੈ, ਭਾਵ ਤੇਰੇ ਅੰਦਰ ਵਸਦਾ ਹੈ। ਪ੍ਰਭੂ ਸਭ ਥਾਈਂ ਵਿਆਪਕ ਹੈ ਤੇ ਉਹ ਆਪ ਨਿਰਲੇਪ ਵੀ ਹੈ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ। ਕਰੋੜਾਂ ਜੀਵ ਪਤਾਲ ਵਿੱਚ ਵਸਣ ਵਾਲੇ ਨੇ, ਕਰੋੜਾਂ ਹੀ ਨਰਕਾਂ ਤੇ ਸੁਰਗਾਂ ਵਿੱਚ ਵਸਦੇ ਨੇ। ਭਾਵ ਨਰਕ ਸੁਰਗ ਕਿਤੇ ਦੂਰ ਨਹੀਂ ਵੇਖਣ ਨੂੰ ਮਿਲਦਾ। ਸਤਿਗੁਰੂ ਕਹਿੰਦੇ ਨੇ ਕਰੋੜਾਂ ਹੀ ਦੁਖੀ ਹਨ ਜਿਹੜੇ ਨਰਕ ਵਰਗੇ ਜੀਵਨ ਭੋਗਦੇ ਨੇ, ਤੇ ਕਰੋੜਾਂ ਹੀ ਲੋਕ ਸੁਖੀ ਵਸਦੇ ਨੇ ਜਿਹੜੇ ਸਵਰਗ ਵਰਗੀ ਜ਼ਿੰਦਗੀ ਭੋਗਦੇ ਨੇ। ਕਈ ਕੋਟ ਜਨਮੈ ਜੀਵਹਿ ਮਰੈ, ਕਈ ਕੋਟ ਬਹੁ ਜੋਨੀ ਫਿਰੈ। ਸਤਿਗੁਰੂ ਕਹਿੰਦੇ ਆਪਣੇ ਕਰਮਾਂ ਅਨੁਸਾਰ ਕਰੋੜਾਂ ਜੀਵ ਜੰਮਦੇ ਨੇ, ਮਰਦੇ ਨੇ, ਕਿਉਂਕਿ ਉਹਨਾਂ ਨੂੰ ਜੂਨਾਂ ਵਿੱਚ ਭਟਕਣ ਵਾਸਤੇ ਐਸੇ ਐਸੇ ਕਰਮ ਮਨੁੱਖ ਕਰਦਾ ਹੈ, ਤਾਂ ਹੀ ਉਹਨਾਂ ਨੂੰ ਵਾਰ-ਵਾਰ ਜੂਨਾਂ ਵਿੱਚ ਭਟਕਣਾ ਪੈਂਦਾ ਹੈ। ਮਰਨ ਉਹਨਾਂ ਦਾ ਹੁੰਦਾ ਹੈ ਜਿਨ੍ਹਾਂ ਦਾ ਜਨਮ ਹੁੰਦਾ ਹੈ, ਤੇ ਵਾਰ-ਵਾਰ ਜਨਮ ਉਹਨਾਂ ਦਾ ਹੁੰਦਾ ਹੈ ਜਿਹੜੇ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਆਰਾਧਨਾ ਨਹੀਂ ਕਰਦੇ, ਸਿਮਰਨ ਨਹੀਂ ਕਰਦੇ। ਜਨਮ ਤਾਂ ਮਰਨ ਜਿਹੜੇ ਇਸ ਸੰਸਾਰ ਤੇ ਆਉਂਦੇ ਨੇ, ਇਸ ਸੰਸਾਰ ਤੇ ਜਾਣ ਤੋਂ ਪਹਿਲਾਂ ਉਸ ਅਕਾਲ ਪੁਰਖ ਪ੍ਰਮਾਤਮਾ ਨਾਲ ਪਿਆਰ ਨਹੀਂ ਪਾਉਂਦੇ, ਤੇ ਵਾਰ-ਵਾਰ ਉਹਨਾਂ ਨੂੰ ਇਸ ਸੰਸਾਰ ਤੇ ਆਉਣਾ ਪੈਂਦਾ ਹੈ। ਤੇ ਕਰੋੜਾਂ ਜੀਵ ਸਤਿਗੁਰੂ ਕਹਿੰਦੇ ਜੂਨਾਂ ਵਿੱਚ ਭਟਕ ਰਹੇ ਹਨ। ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥਕ ਪਾਹੇ। ਹੁਣ ਕਰੋੜਾਂ ਜੀਵ ਐਸੇ ਹਨ ਜਿਨ੍ਹਾਂ ਦੇ ਚੰਗੇ ਕਰਮਾਂ ਦੇ ਸਦਕਾ ਉਹ ਬੈਠ ਕਰਕੇ ਰੋਟੀ ਖਾਂਦੇ ਨੇ, ਕੁਰਸੀ ਤੇ ਬੈਠਦੇ ਨੇ। ਤੇ ਕਰੋੜਾਂ ਐਸੇ ਹਨ ਉਹਨਾਂ ਨੂੰ ਸਤਿਗੁਰੂ ਦੇ ਕਰਮਾਂ ਦਿੱਤੇ ਹੋਏ ਕਰਮਾਂ ਅਨੁਸਾਰ ਰੋਟੀ ਦੀ ਖਾਤਰ ਮਿਹਨਤ ਕਰਨੀ ਪੈਂਦੀ ਹੈ, ਤੇ ਸਾਰਾ ਦਿਨ ਥੱਕ ਟੁੱਟ ਜਾਂਦੇ ਹਨ। ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤਾ। ਕਰੋੜਾਂ ਜੀਵ ਸਤਿਗੁਰੂ ਕਹਿੰਦੇ ਪ੍ਰਭੂ ਨੇ ਧਨ ਵਾਲੇ ਬਣਾਏ ਹਨ, ਧਨਵੰਤ। ਉਹਨਾਂ ਨੂੰ ਬੇਅੰਤ ਧਨ ਦਿੱਤਾ ਹੋਇਆ ਹੈ, ਅਤੇ ਕਰੋੜਾਂ ਐਸੇ ਜੀਵ ਹਨ ਜਿਨ੍ਹਾਂ ਨੂੰ ਮਾਇਆ ਦਾ ਫਿਕਰ 24 ਘੰਟੇ ਲੱਗਾ ਰਹਿੰਦਾ ਹੈ। 24 ਘੰਟੇ ਡਿਊਟੀਆਂ ਕਰਕੇ ਵੀ ਉਹਨਾਂ ਦੀ ਰੋਟੀ ਪੂਰੀ ਨਹੀਂ ਹੋ ਰਹੀ। ਕਈ ਐਸੇ ਮਨੁੱਖ ਵੀ ਹਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਮਾਇਆ ਕਿੰਨੀ ਹੈ ਸਾਡੇ ਕੋਲ। ਕਈ ਐਸੇ ਮਨੁੱਖ ਵੀ ਨੇ ਜਿਨ੍ਹਾਂ ਨੂੰ ਸਾਰਾ ਦਿਨ ਰੋਟੀ ਦਾ ਫਿਕਰ ਲੱਗਾ ਰਹਿੰਦਾ ਹੈ। ਜਹ ਜਹ ਭਾਣਾ ਤਹ ਤਹ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੀ। ਉਹ ਅਕਾਲ ਪੁਰਖ ਪ੍ਰਮਾਤਮਾ ਜੀਵ ਦੇ ਕਰਮਾਂ ਦੇ ਅਨੁਸਾਰ ਜਿੱਥੇ ਜਿੱਥੇ ਵੀ ਚਾਹੁੰਦਾ ਹੈ ਉੱਥੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਵਿੱਚ ਮਨੁੱਖ ਨੂੰ ਰਹਿਣਾ ਪੈਂਦਾ ਹੈ।
ਉੱਥੇ ਉੱਥੇ ਹੀ ਉਹ ਰੱਖਦਾ ਹੈ। ਹਰੇਕ ਗੱਲ ਪ੍ਰਭੂ ਦੇ ਆਪਣੇ ਹੱਥ ਵਿੱਚ ਹੈ। ਕਈ ਕੋਟ ਭਈ ਬੈਰਾਗੀ, RAM ਨਾਮ ਸੰਗ ਤਿਨ ਲਿਵ ਲਾਗੀ। ਇਸ ਰਚਨਾ ਵਿੱਚ ਕਰੋੜਾਂ ਜੀਵ ਵੈਰਾਗ ਵਾਲੇ ਹਨ, ਜਿਹੜੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਵੈਰਾਗ ਵਿੱਚ ਸਦਾ ਝੁਰਦੇ ਰਹਿੰਦੇ ਨੇ, ਜਿਨ੍ਹਾਂ ਦੇ ਮਨ ਵਿੱਚ ਸਦਾ ਇਹੋ ਅਰਦਾਸ ਹੁੰਦੀ ਹੈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਵਿਲਪ ਕਰੈ ਚਾਤ੍ਰਿਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਐਸੇ ਝੋਰੇ ਵਿੱਚ ਉਹ ਲੱਗੇ ਰਹਿੰਦੇ ਨੇ ਕਿ ਮੈਨੂੰ ਕਦੇ ਵੀ ਸ਼ਾਂਤੀ ਨਹੀਂ ਆ ਰਹੀ। ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਮੈਂ ਮਿਲਣਾ ਹੈ ਤੇ ਸਦਾ ਵੈਰਾਗ ਵਿੱਚ ਲੱਗੇ ਰਹਿੰਦੇ ਨੇ, ਜਿਨ੍ਹਾਂ ਦੀ ਸੁਰਤ ਅਕਾਲ ਪੁਰਖ ਪ੍ਰਮਾਤਮਾ ਨਾਲ ਜੁੜੀ ਰਹਿੰਦੀ ਹੈ, ਉਹ ਐਸੇ ਵੈਰਾਗ ਵਿੱਚ ਰਹਿੰਦੇ ਹਨ। ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ। ਉਹ ਅਕਾਲ ਪੁਰਖ ਪ੍ਰਮਾਤਮਾ ਦੇ ਕਰੋੜਾਂ ਬੰਦੇ ਪ੍ਰਭੂ ਨੂੰ ਖੋਜਦੇ ਹਨ ਤੇ ਆਪਣੇ ਅੰਦਰ ਅਕਾਲ ਪੁਰਖ ਪ੍ਰਮਾਤਮਾ ਨੂੰ ਭਾਲਦੇ ਨੇ। ਵੈਸੇ ਵੀ ਕਰੋੜਾਂ ਮਨੁੱਖ ਨੇ ਜਿਹੜੇ ਜੰਗਲਾਂ ਵਿੱਚ ਭਟਕ ਕਰਕੇ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਲੱਭ ਰਹੇ ਨੇ। ਤੇ ਸਤਿਗੁਰੂ ਕਹਿੰਦੇ ਐਸੇ ਵੀ ਕਰੋੜਾਂ ਮਨੁੱਖ ਹਨ ਜਿਹੜੇ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਆਪਣੇ ਅੰਦਰੋਂ ਹੀ ਲੱਭ ਲੈਂਦੇ ਨੇ, ਆਪਣੇ ਅੰਦਰੋਂ ਹੀ ਉਸ ਨੂੰ ਪਾ ਲੈਂਦੇ ਨੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਬਨਾਸ। ਹੁਣ ਕਈ ਮਨੁੱਖ, ਕਰੋੜਾਂ ਮਨੁੱਖ ਸਤਿਗੁਰੂ ਕਹਿੰਦੇ ਨੇ ਉਸ ਦੇ ਦੀਦਾਰ ਵਾਸਤੇ ਤਰਸਦੇ ਨੇ ਤੇ ਸਦਾ ਇਹੀ ਅਰਦਾਸ ਕਰਦੇ ਨੇ, ਦਰਸ ਤੇਰੇ ਕੀ ਪਿਆਸ ਮਨ ਲਾਗੀ। ਉਹਨਾਂ ਦੇ ਚਰਨਾਂ ਵਿੱਚ, ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਵਿੱਚ ਉਹ ਸਦਾ ਅਰਦਾਸ ਕਰਦੇ ਨੇ, ਪ੍ਰਮਾਤਮਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਆਨੰਦਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਜਿਨ੍ਹਾਂ ਨੂੰ ਸਦਾ ਇਹ ਤਾਂਘ ਲੱਗੀ ਰਹਿੰਦੀ ਹੈ ਕਿ ਉਹ ਅਕਾਲ ਪੁਰਖ ਪ੍ਰਮਾਤਮਾ ਦੇ ਦੀਦਾਰ ਦੀ ਤਾਂਘ ਵਿੱਚ ਰਹਿੰਦੇ ਨੇ, ਉਹਨਾਂ ਨੂੰ ਅਵਿਨਾਸੀ ਪ੍ਰਭੂ ਫਿਰ ਇੱਕ ਦਿਨ ਮਿਲ ਪੈਂਦਾ ਹੈ। ਕਈ ਕੋਟ ਮੰਗਹਿ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ। ਜਿਨ੍ਹਾਂ ਨੂੰ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਦਰ ਦੀ ਤਾਂਘ ਲੱਗੀ ਰਹਿੰਦੀ ਹੈ, ਸਤਿਗੁਰੂ ਕਹਿੰਦੇ ਨੇ ਉਹ ਫਿਰ ਸਦਾ ਹੀ ਸਤ ਸੰਗਤ ਮੰਗਦੇ ਨੇ। ਉਹਨਾਂ ਨੂੰ ਸਤ ਸੰਗਤ ਵਿੱਚ ਆ ਕਰਕੇ ਹੀ ਚੈਨ ਮਿਲਦਾ ਹੈ, ਉਹਨਾਂ ਨੂੰ ਸਤ ਸੰਗਤ ਵਿੱਚ ਬੈਠ ਕਰਕੇ ਹੀ ਆਰਾਮ ਮਿਲਦਾ ਹੈ। ਉਹ ਸਦਾ ਸਤ ਸੰਗਤ ਹੀ ਮੰਗਦੇ ਨੇ। ਉਹਨਾਂ ਨੂੰ ਅਕਾਲ ਪੁਰਖ ਦਾ ਇਸ਼ਕ ਲੱਗਾ ਰਹਿੰਦਾ ਹੈ। ਉਹ ਸਦਾ ਇਹ ਭਾਲਦੇ ਨੇ ਕਿ ਸਤ ਸੰਗਤ ਕਰਨ ਦਾ ਸਮਾਂ ਸਾਨੂੰ ਕਦੋਂ ਮਿਲ ਸਕੇ। ਜਿਨ ਕੋ ਹੋਏ ਆਪ ਸੁਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਜਿਨ੍ਹਾਂ ਉੱਤੇ ਪ੍ਰਭੂ ਆਪ ਟੁੱਟ ਜਾਂਦਾ ਹੈ, ਸਤਿਗੁਰੂ ਕਹਿੰਦੇ ਨੇ ਉਸ ਮਨੁੱਖ ਦਾ ਜੀਵਨ ਭਾਗਾਂ ਵਾਲਾ ਬਣ ਜਾਂਦਾ ਹੈ। ਉਹ ਮਨੁੱਖ ਅਕਾਲ ਪੁਰਖ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਜਿਹੜੇ ਉਸ ਦੇ ਇਸ਼ਕ ਨਾਲ ਜੁੜੇ ਰਹਿੰਦੇ ਨੇ, ਜਿਹੜੇ ਉਸ ਦੇ ਨਾਮ ਨਾਲ ਜੁੜੇ ਰਹਿੰਦੇ ਨੇ, ਜਿਨ੍ਹਾਂ ਨੂੰ ਉਸ ਦਾ ਸਦਾ ਧਿਆਨ ਰਹਿੰਦਾ ਹੈ, ਉਹ ਆਪਣੇ ਅੰਦਰੋਂ ਹੀ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਪਾ ਲੈਂਦੇ ਨੇ। ਉਸ ਅਕਾਲ ਪੁਰਖ ਪ੍ਰਮਾਤਮਾ ਦੀ ਉਹਨਾਂ ਨੂੰ ਸੋਝੀ ਆ ਜਾਂਦੀ ਹੈ। ਕਿਹਨਾਂ ਨੂੰ ਆਉਂਦੀ ਹੈ? ਜਿਹੜੇ ਅਰਦਾਸ ਕਰਦੇ ਨੇ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਆਨੰਦਨ ਨੀਤ। ਜਿਹੜੇ ਸਦਾ ਇਹੀ ਚਿਤਵਦੇ ਨੇ ਕਿ ਹੇ ਅਕਾਲ ਪੁਰਖ ਪ੍ਰਮਾਤਮਾ,
ਤੇਰੇ ਦਰਸ਼ਨ ਸਾਨੂੰ ਸਦਾ ਹੀ ਮਿਲਣੇ ਚਾਹੀਦੇ ਨੇ। ਸਦਾ ਸਾਨੂੰ ਦਰਸ਼ਨਾਂ ਨਾਲ ਜੋੜੀ ਰੱਖ। ਆਪਣੇ ਦਰਸ਼ਨ ਦੇ ਤੇ ਸਾਨੂੰ ਆਪਣੇ ਦਰਸ਼ਨਾਂ ਦੇ ਵਿੱਚ ਹੀ ਸਦਾ ਰੱਖ। ਉਹ ਅਕਾਲ ਪੁਰਖ ਪ੍ਰਮਾਤਮਾ ਕਿਰਪਾ ਕਰ ਦੇਵੇ ਕਿ ਸਾਨੂੰ ਸਾਰਿਆਂ ਨੂੰ ਆਪਣੇ ਦਰਸ਼ਨ ਦਿੰਦਾ ਰਵੇ। ਸਾਨੂੰ ਆਪਣੇ ਚਰਨਾਂ ਨਾਲ ਜੋੜ ਕਰਕੇ ਗੁਰਸਿੱਖੀ ਵਾਲਾ ਜੀਵਨ ਬਖਸ਼ ਦੇਵੇ। ਹੋਈਆਂ ਭੁੱਲਾਂ ਦੀ ਖਿਮਾ, ਭੁੱਲਾਂ ਨਾ ਚਤਾਰਦਿਆਂ ਦਿਓ ਅਸੀਸ। ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੀਬੀਆਂ ਵੱਲੋਂ ਬੇਨਤੀ ਆਈ ਹੈ, ਉਹਨਾਂ ਨੇ ਇੱਕ ਸ਼ਬਦ ਦੀ ਹਾਜ਼ਰੀ ਲਗਵਾਉਣੀ ਹੈ। ਸੇਵਾਦਾਰ ਵੀਰ ਨੂੰ ਬੇਨਤੀ ਕਰਾਂਗਾ, ਥੱਲਿਓਂ ਵਾਜਾ ਕੱਢ ਕੇ ਉਹਨਾਂ ਨੂੰ ਦੇ ਦਿਓ ਹਾਰਮੋਨੀਅਮ। ਭੈਣ ਜੀ ਨੂੰ ਬੇਨਤੀ ਹੈ ਆਪ ਜੀ ਢੋਲਕੀ ਦੀ ਸੇਵਾ ਨਾਲ ਕਰ ਲਵੋ। ਜਿੰਨਾ ਚਿਰ ਤਿਆਰੀ ਹੁੰਦੀ ਹੈ ਉਹਨਾਂ ਚਿਰ ਮੈਂ ਬੇਨਤੀ ਕਰ ਦੇਵਾਂ ਕਿ 16 ਤਰੀਕ ਨੂੰ ਆਉਣ ਵਾਲੀ ਨੂੰ ਸੰਗਰਾਂਦ ਦਾ ਦਿਹਾੜਾ ਆ ਰਿਹਾ, ਉਸ ਦੇ ਵਿੱਚ ਸਵੇਰੇ ਅਤੇ ਸ਼ਾਮਾਂ ਵੇਲੇ ਦੇ